ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਚੀਨ ਤੋਂ ਕੁੱਟ ਖਾਣ ਤੋਂ ਬਾਅਦ ਵੀ ਭਾਰਤੀ ਹਾਕਮ ਫੋਕੇ ਕਿਸਮ ਦੇ ਦਾਅਵੇ ਕਰੀ ਜਾ ਰਹੇ ਨੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਨੂੰ ਤਾੜਨਾ ਕੀਤੀ ਹੈ ਕਿ ਉਹ ਸਮਝੌਤੇ ਵਿੱਚ ਮੰਨੀਆਂ ਗਈਆਂ ਸ਼ਰਤਾਂ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰੇ, ਨਹੀਂ ਤਾਂ ਇਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪਵੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ ਇਸ ਮੁੱਦੇ ਬਾਰੇ? देखो, क्योंकि बाइडन एडमिनिस्ट्रेशन की साउथ एशिया बारे भी और ओवरऑल भी ग्लोबल पॉलिसी की होएगी वो अनफोल्ड होनी शुरू हुई है और उन्होंने जोड़ा एक पॉलिसी डॉक्यूमेंट जारी किया बीते कल ਉਹਦੇ 'ਚ ਜਿਹੜਾ ਉਹਨਾਂ ਨੇ ਉਸ ਖਿੱਤੇ ਬਾਰੇ ਵੀ ਦੱਸਿਆ ਵੀ ਉਹਨਾਂ ਦੀ ਲਾਈਨ ਕੀ ਹੋਏਗੀ, ਗਲੋਬਲੀ ਵੀ ਉਹਨਾਂ ਨੇ ਨੈਟੋ ਨਾਲ ਕੀ ਹੋਏਗਾ। ਔਰ ਇਹ ਇੰਟਰਿਮ ਗਵਰਨਮੈਂਟ ਸਟ੍ਰੈਟਜੀ ਦਾ ਡਾਕੂਮੈਂਟ ਹੈ ਔਰ ਉਹਦੇ 'ਚ ਉਹਨਾਂ ਨੇ ਇੰਡੀਆ ਦੇ ਕੰਟੈਕਸਟ 'ਚ ਇਹੀ ਕਿਹਾ ਕਿ ਇਟ ਵੁੱਡ ਡੀਪਨ ਇਟਸ ਪਾਰਟਨਰਸ਼ਿਪ ਵਿਦ ਇੰਡੀਆ ਐਂਡ ਵਰਕ ਅਲੋਂਗਸਾਈਡ ਨਿਊਜ਼ੀਲੈਂਡ, ਸਿੰਗਾਪੁਰ, ਵਿਤਨਾਮ ਐਂਡ ਅਦਰ ਏਸ਼ੀਅਨ ਮੈਂਬਰਸ ਟੂ ਐਡਵਾਂਸ ਇਟਸ ਆਬਜੈਕਟਿਵਸ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜਾ ਡਾਕੂਮੈਂਟ ਹੈ ਜਿਸ ਨੂੰ ਉਹਨਾਂ ਨੇ ਰੀਨਿਊਇੰਗ ਅਮੈਰੀਕਾਜ਼ ਐਡਵਾਂਟੇਜਸ ਇੰਟਰਿਮ ਨੈਸ਼ਨਲ ਸਿਕਿਉਰਿਟੀ ਸਟ੍ਰੈਟੇਜਿਕ ਗਾਈਡੈਂਸ, ਇਹ ਇਸ ਡਾਕੂਮੈਂਟ ਦਾ ਨਾਂ ਹੈ। ਔਰ ਉਹਦੇ 'ਚ ਉਹਨਾਂ ਨੇ ਜਿੱਥੇ ਨੈਟੋ ਔਰ UN ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਬਾਰੇ ਰਿਵਰਸਲ ਰਹੀ ਹੈ ਜਾਂ ਕਲਾਈਮੇਟ ਚੇਂਜ ਟਰੰਪ ਦੀਆਂ ਪਾਲਿਸੀਜ਼ ਤੋਂ, ਪਰ ਇੰਡੋ ਪੈਸੀਫਿਕ ਜਿਹੜੀ ਟਰਮ ਇਹਨਾਂ ਨੇ ਕੋਇਨ ਕੀਤੀ, ਇੰਡੀਆ ਨਾਲ ਰਿਲੇਸ਼ਨਸ਼ਿਪਸ ਔਰ ਚਾਈਨਾ ਦੇ ਨਾਲ ਕੰਪੀਟੀਸ਼ਨ, ਇਹ ਕਿਹਾ ਕਿ ਜੀ ਉਹਦਾ ਚੈਲੰਜ ਹੈ ਅਸੀਂ ਇੰਟਰਨੈਸ਼ਨਲ ਨੈਰੇਟਿਵ ਚੀਨ ਦੇ ਹੱਥ 'ਚ ਨਹੀਂ ਜਾਣ ਦੇਣਾ, ਅਮਰੀਕਾ ਦੇ ਕੋਲ ਹੀ ਰਹੇ, ਜਿੱਥੇ ਕੋਆਪਰੇਟ ਕਰਨ ਦੀ ਲੋੜ ਹੋਏਗੀ ਅਸੀਂ ਕੋਆਪਰੇਟ ਕਰਾਂਗੇ, ਲੇਕਿਨ ਸਾਡਾ ਕੰਪੀਟੀਸ਼ਨ ਜਿਹੜਾ ਹੈ ਉਹ ਹੁਣ ਸਿੱਧਾ ਹੋਏਗਾ। ਔਰ ਉਹਦੇ 'ਚ ਉਹਨਾਂ ਨੇ ਵਾਰਨ ਕੀਤਾ ਹੈ ਇਸ ਕੇ ਵਾਰਨਸ ਦੈਟ ਡੈਮੋਕ੍ਰੇਸੀਜ਼ ਆਰ ਅੰਡਰ ਸੀਜ ਅਰਾਊਂਡ ਦਾ ਵਰਲਡ including in the United States, and makes numerous references to strategic competition with increasingly assertive China, which is said was the only competitor who could effectively challenge an open international system. So ਇਹ ਜ਼ਾਹਰ ਹੋ ਗਿਆ ਵੀ ਜਿਹੜੀ ਪੋਲਿਸੀ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਤੋਂ ਹੀ ਚੱਲ ਰਹੀ ਸੀ, ਕਿਉਂਕਿ ਬਾਈਡਨ ਦੋਨੋਂ ਟਰਮਸ ਹੀ ਨਾਲ ਵਾਈਸ ਪ੍ਰੈਜ਼ੀਡੈਂਟ ਸੀ ਔਰ ਜਿਹੜੀ ਹੁਣ ਸਾਰੀ ਟੀਮ ਵੀ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਆਲਮੋਸਟ ਉਹੀ ਹੈ। ਉਹਨੂੰ ਕਈ ਤਾਂ ਜਿਹੜੇ ਨੇ ਓਬਾਮਾ ਟਰਮ 3 ਕਹਿ ਰਹੇ ਨੇ ਕਿਉਂਕਿ ਉਹੀ ਬਹੁਤ ਸਾਰੇ ਨੇ। ਔਰ ਕਿੰਨਾ ਜ਼ਿਆਦਾ ਇਹਦੇ 'ਤੇ ਇੰਡੀਅਨ ਇਨਫਲੂਐਂਸ ਹੈ। ਕੱਲ੍ਹ ਜਦੋਂ ਬਾਈਡਨ ਐਡਰੈਸ ਕਰ ਰਿਹਾ ਸੀ ਔਰ ਨਾਸਾ ਨਾਲ ਰਿਲੇਟਡ ਜਿਹੜਾ ਉਸ ਦੀ ਦਾ ਸਪੀਚ ਰਾਈਟਰ ਨੂੰ, ਔਰ ਇਹਦੇ 'ਚ ਬਾਈਡਨ ਨੇ ਕਿਹਾ ਇੰਡੀਅਨ ਅਮੈਰੀਕਨਸ ਟੇਕਿੰਗ ਓਵਰ USA, ਸੇਜ਼ ਬਾਈਡਨ, 55 Indians appointed to key positions in less than 50 days of my presidency। ਉਹ ਕਹਿੰਦਾ ਜੀ ਇਹ ਤਾਂ ਆਪ ਕਹਿ ਰਿਹਾ ਬਾਈਡਨ। ਤਾਂ ਇਹ ਦੇਖੋ ਇਹ ਵੀ ਹਾਲਾਂਕਿ ਕੋਈ ਟਰੰਪ ਆਊਟ ਆਫ ਜਿਹੜਾ ਰਿੰਗ ਨਹੀਂ ਹੋਇਆ, ਉਹਨੇ ਜਿਹੜੀ ਆਪਣਾ ਪਹਿਲਾਂ ਹੀ ਵਾਈਟ ਹਾਊਸ ਛੱਡਣ ਤੋਂ ਬਾਅਦ ਉਹਨੇ ਸਟੇਟਮੈਂਟ ਦਿੱਤੀ, ਉਹਨੇ ਤਾਂ ਇੰਡੀਆ ਨੂੰ ਵੀ ਟਾਰਗੇਟ ਕੀਤਾ ਅਗੇਨ ਕਲਾਈਮੇਟ ਦੇ ਉੱਤੇ ਕਿ ਅਸੀਂ ਕਲੀਨ ਏਅਰ ਔਰ ਕਲੀਨ ਰੱਖ ਰਹੇ हैं और ये गंदा कर रहे हैं रशिया, चाइना, इंडिया। लेकिन बाइडन ये कह रहा है और ये बिल्कुल अनॉय करने वाली गल भी है और ਜਿਹੜਾ ਟਰੰਪ ਦਾ ਨੈਰੇਟਿਵ ਹੈ ਉਹਨੂੰ ਸਟਰੋਂਗ ਕਰਨ ਵਾਲੀ ਉਹ ਵੀ ਤਾਂ ਇਹੀ ਕਹਿੰਦਾ ਕਿ ਜੀ ਅਮਰੀਕਨਾਂ ਦਾ ਇਹ ਬਾਹਰਲੇ ਜ਼ੀਨੋਫੋਬੀਆ ਜਾਂ ਇਸਲਾਮੋਫੋਬੀਆ ਜਾਂ ਟਰਮਸ ਤਾਂ ਉਹਨਾਂ ਨੇ ਉਸ ਹੇਟਡ 'ਚੋਂ ਕੱਢੀਆਂ, ਅਤੇ ਇੱਥੇ ਅਮਰੀਕਾ ਦਾ ਪ੍ਰੈਜ਼ੀਡੈਂਟ ਇਹ ਕਹਿ ਰਿਹਾ ਕਿ ਜੀ ਇੰਡੀਆ ਤਾਂ ਇੰਡੀਅਨਸ ਨੇ ਟੇਕ ਓਵਰ ਕਰ ਲਿਆ, ਇੰਡੀਅਨ ਅਮੈਰੀਕਨਸ ਟੇਕਿੰਗ ਓਵਰ USA। ਔਰ ਜਿਹੜੀਆਂ 55 ਪੋਸਟਿੰਗਸ ਦਿੱਤੀਆਂ ਨੇ ਅੱਡ, ਮੈਂ ਉਹਨਾਂ ਦੇ ਨਾਵਾਂ 'ਚ ਨਹੀਂ ਜਾਵਾਂਗਾ, ਉਹਦੇ 'ਚ ਹਰ ਡਿਪਾਰਟਮੈਂਟ ਦੇ ਹਾਇਰ ਲੈਵਲ 'ਤੇ ਕੋਈ ਕਲਰਕ ਨਹੀਂ ਨੇ ਕਿ 55 ਕਲਰਕ ਰੱਖ ਲਏ। ਸੋ ਦੈਟ ਸ਼ੋਜ਼ ਕਿ ਵੀ ਜਿਹੜੀ ਈਵਨ ਚਾਈਨਾ ਦੇ ਹਵਾਲੇ ਨਾਲ ਜਾਂ ਇੰਡੋ ਪੈਸੀਫਿਕ ਜਿਹੜੀ ਸਾਰੇ ਰੀਜਨ ਦੇ ਨਾਲ ਹੈ, ਦੈਟਸ ਨਾਟ ਗੋਇੰਗ ਟੂ ਚੇਂਜ। ਔਰ ਇਹੀ ਗੱਲ ਇਹ ਸਾਰੇ ਦੇ ਵਿੱਚ ਡਾਕੂਮੈਂਟ ਦੇ ਵਿੱਚ ਵੀ ਜਿਹੜੀ ਰੀਨਿਊਇੰਗ ਅਮਰੀਕਨ ਐਡਵਾਂਟੇਜਸ ਇੰਟਰਮ ਨੈਸ਼ਨਲ ਸਿਕਿਉਰਿਟੀ ਸਟ੍ਰੈਟੇਜਿਕ ਗਾਈਡੈਂਸ ਦੇ ਵਿੱਚ ਇਹ ਕਿਹਾ ਗਿਆ ਕਿ ਵੀ ਹਿਜ਼ ਐਡਮਿਨਿਸਟ੍ਰੇਸ਼ਨ ਵੁੱਡ ਡੀਪਨ its partnership with India and work alongside New Zealand, Singapore, Vietnam and other association of Southeast Asian nations, ਜਿਹਨੂੰ ਏਸ਼ੀਅਨ ਕਹਿੰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਡਾਕੂਮੈਂਟ ਸਾਡਾ this will be a agenda of US government department and agencies
ਔਰ ਇਸ ਸਾਰੇ ਤੇ ਉਹਨਾਂ ਨੇ UN ਬਾਰੇ ਵੀ ਇਹ ਕਿਹਾ ਕਿ ਵੀ ਅਸੀਂ UN ਨੂੰ ਵੀ ਉਹਦੇ 'ਚ ਐਨਗੇਜ ਆਪਣੇ ਆਪ ਨੂੰ ਰੱਖਣਾ ਚਾਹੁੰਦੇ। ਔਰ ਚਾਈਨਾ ਬਾਰੇ ਉਹਨਾਂ ਨੇ ਬਿਲਕੁਲ ਇਹ ਕਿਹਾ, ਮੇਡ ਇਟਸ ਪੋਜੀਸ਼ਨ ਕਲੀਅਰ ਕਿ ਵੀ ਵਿਲ ਬੀ ਕੰਪੀਟਿੰਗ ਵਿਦ ਚਾਈਨਾ ਵੇਅਰ ਨੀਡਿਡ ਐਂਡ ਕੋਆਪਰੇਟ ਵਿਦ ਇਟ ਵੈਨ ਇਟ ਵਾਜ਼ ਅਮੈਰੀਕਨ ਇੰਟਰਸਟ ਟੂ ਡੂ ਸੋ। ਹੁਣ ਇਹ ਸਾਰੇ 'ਚੋਂ ਜਿਹੜਾ ਉਹਨਾਂ ਦਾ ਇਹ ਕਹਿਣਾ ਕਿ ਵੀ ਇੱਕ ਜਿਹੜਾ ਕਨਕਲੂਡਿੰਗ ਦੇ ਵਿੱਚ ਸੀ, the most effective way for America to out-compete a more assertive and authoritarian China over the long term is to invest in our people, our economy, our democracy. ਇਹ ਆਪਣੇ ਲੋਕਾਂ ਲਈ ਕਿ ਜੀ ਅਸੀਂ but by restoring US credibility and reasserting forward-looking global leadership, we will ensure that America, not China, sets the international agenda, working alongside others to shape new global norms and agreements that advance our interests and reflect our values। ਕਿ ਦੂਸਰਿਆਂ ਦੇ ਮੋਢਿਆਂ ਤੇ ਚੜ੍ਹ ਕੇ ਚੀਨ ਨਾਲ ਕੰਪੀਟ ਕਰਨਾ ਤਾਂ ਕਿ ਸਾਡੇ ਇੰਟਰਸਟ ਔਰ ਸਾਡੀਆਂ ਕਦਰਾਂ ਕੀਮਤਾਂ ਬਹਾਲ ਰਹਿਣ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ US would support China's neighbors, ਕਿਉਂਕਿ ਅਸੀਂ ਇੰਡੀਆ ਚਾਈਨਾ ਕਨਫਲਿਕਟ ਦੀ ਗੱਲ ਕਰਨ ਤੋਂ ਪਹਿਲਾਂ ਇਹ ਦੇਖਣਾ ਜ਼ਰੂਰੀ ਹੈ ਕਿ ਵੱਡਾ ਮਦਾਰੀ ਕੀ ਕਹਿੰਦਾ, ਕਿਉਂਕਿ ਇਸ ਵੇਲੇ ਤਾਂ ਇੰਡੀਆ ਬਾਂਦਰ ਹੈ ਇਸ ਮਦਾਰੀ ਦਾ। ਔਰ ਉਹਨਾਂ ਨੇ ਇਸ ਪਾਲਿਸੀ ਡਾਕੂਮੈਂਟ ਦੇ ਵਿੱਚ ਬੜਾ ਕਲੀਅਰ ਕੀਤਾ ਹੈ ਕਿ US would support China's neighbors and trading partners to defend their rights। ਕਿ ਅਸੀਂ ਚੀਨ ਦੇ ਗਵਾਂਢੀ, ਹੁਣ ਗਵਾਂਢੀ ਕੌਣ ਨੇ ਕੋਈ ਸ਼ੱਕ ਨਹੀਂ ਹੈ, ਉਹਨਾਂ ਨੂੰ ਜਿਹੜੇ ਜ਼ਾਹਰ ਹੈ ਕਿ ਵੀ ਸਾਡੇ ਵਪਾਰੀ ਪਾਰਟਨਰ ਨੇ ਔਰ ਸਾਡੇ ਅਲਾਈ ਨੇ, ਉਹਨਾਂ ਨੂੰ ਉਹਦੇ ਹੱਕਾਂ ਦੀ ਅਸੀਂ ਰਾਖੀ ਕਰਾਂਗੇ। The document mentions by name the US support for Taiwan and its intention to stand up for human rights in Hong Kong, Xinjiang and Tibet। ਸੋ ਜ਼ਾਹਰ ਹੈ ਕਿ ਇਹ ਤਿੰਨੋਂ ਹੀ ਟਰਬਲਿੰਗ ਪੁਆਇੰਟ ਜਿਹੜੇ ਨੇ, ਤਿੱਬਤ ਵੀ, ਸਿੰਕਿਆਂਗ ਵੀ, ਹਾਂਗਕਾਂਗ ਵੀ ਔਰ ਤਾਈਵਾਨ ਵੀ, ਆਲ ਦਾ 4, ਇਹਦੇ ਤੇ ਵੀ ਉਹਨਾਂ ਨੇ ਜਿਹੜੀਆਂ ਦੁਖਤੀਆਂ ਰਗਾਂ ਨੇ ਚੀਨ ਦੀਆਂ ਹੱਥ ਰੱਖਣੇ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਜਿਹੜਾ ਆਪਣੇ ਨੇਬਰਸ ਦੇ ਜਿਨ੍ਹਾਂ ਨਾਲ ਸਾਡੇ ਟ੍ਰੇਡ ਪਾਰਟਨਰ ਨੇ ਔਰ ਉਹਨਾਂ ਦੇ ਇੰਟਰਸਟ ਨੂੰ, ਉਹਨਾਂ ਦੇ ਹੱਕਾਂ ਨੂੰ ਮਹਿਫੂਜ਼ ਕਰਾਂਗੇ। ਸੋ ਜ਼ਾਹਰ ਹੈ ਕਿ ਹੁਣ ਇਸ ਬੈਕਡ੍ਰੌਪ 'ਚ ਜਦੋਂ ਅਮਰੀਕਾ ਨੇ ਇਸ ਕਿਸਮ ਦੀ ਲਾਈਨ ਆਪਣੀ ਡਾਕੂਮੈਂਟ ਦੇ ਰਾਹੀਂ ਆਪਣੀ ਆਉਣ ਵਾਲੇ 4 ਸਾਲ ਦੀ ਪਾਲਿਸੀ ਐਲਾਨੀ ਹੈ, ਤੇ ਫਿਰ ਜੇ ਮਦਾਰੀ ਨੇ ਡੁਗਡੁਗੀ ਬਜਾਈ ਤੇ ਬਾਂਦਰ ਜੰਪ ਕਿਉਂ ਨਾ ਮਾਰੇ। ਔਰ ਰਾਜਨਾਥ ਸਿੰਘ ਨੇ ਅੱਜ ਜਦੋਂ ਕਿ ਇੱਕ ਫੌਜੀਆਂ ਦਾ ਇਕੱਠ ਸੱਦਿਆ ਹੋਇਆ ਸੀ, ਕੰਬਾਈਨਡ ਕਮਾਂਡਰਸ ਕਾਨਫਰੰਸ, ਜਿਹਦੇ 'ਚ ਤਿੰਨੋਂ ਹੀ ਸੇਵਾਵਾਂ ਏਅਰ ਫੋਰਸ, ਇਨਫੈਂਟਰੀ ਐਂਡ ਨੇਵੀ, ਉਹਨਾਂ ਦੇ ਜਿਹੜੇ ਨੇ ਉਹ ਆਫੀਸਰ ਸ਼ਾਮਲ ਸੀ। ਉਹਦੇ 'ਚ ਉਹਨੇ ਕਿਹਾ ਕਿ India's resolute response on the borders helped in positive and peaceful restoration of certain significant issues, Defense Minister Rajnath Singh said on Friday। Or he also talked of the courage displayed by soldiers during the recent standoff in eastern Ladakh। ਇਹ ਸਾਰਾ ਹੁਣ ਇਹਨਾਂ ਨੂੰ ਸਾਹ ਆਇਆ ਕਿ ਜੀ ਦੇਖੋ ਸਾਹਿਬ ਜਿਹੜੇ ਨੇ ਵੱਡੇ ਅੰਕਲ ਸੈਮ ਸਾਡੇ ਨਾਲ ਖਲੋਤੇ ਨੇ, ਔਰ ਉਹਦੇ 'ਚੋਂ ਕਹਿ ਰਿਹਾ ਕਿ ਭਈ ਅਸੀਂ ਜਿਹੜਾ ਹੁਣ ਸਾਡੀ ਐਬਿਲਿਟੀ ਬਹੁਤ ਹੈ। ਅੱਗੋਂ ਕਹਿੰਦਾ our ability to secure India's territorial integrity and sovereignty from external threats and internal challenges have been strengthened in recent years। Our forces today are proactive and more resolute in their response। ਕਿ ਅਸੀਂ ਹੁਣ ਬਹੁਤ ਤਗੜੇ ਹੋ ਗਏ ਹਾਂ ਔਰ ਸਾਡੀਆਂ ਫੌਜਾਂ ਹੁਣ ਬਹੁਤ ਜਿਹੜੀਆਂ ਨੇ ਰੈਜ਼ੋਲਿਊਟ ਹੋਈਆਂ ਨੇ, ਔਰ ਸਾਡੇ ਜਿਹੜੇ ਨੈਸ਼ਨਲ ਇੰਟਰਸਟ ਨੇ ਉਹ ਨੈਸ਼ਨਲ ਇੰਟੈਗਰੇਸ਼ਨ, ਸੋਵਰਨਿਟੀ, ਸੋਸ਼ੋਲੋਜਿਕਲ ਇਕੋਨੋਮਿਕ ਡਿਵੈਲਪਮੈਂਟ, ਕੰਜ਼ਰਵੇਸ਼ਨ ਆਫ ਆਵਰ ਵੈਲਿਊਜ਼, ਪੀਸਫੁਲ ਐਂਡ ਹਾਰਮੋਨੀਅਸ ਰੀਜਨ ਇਨ ਦਾ ਵਰਲਡ, ਅਸੀਂ ਇਹ ਸਾਰੇ ਜਿਹੜੇ ਨੇ ਰਿਲੇਸ਼ਨਸ਼ਿਪਸ ਜਿਹੜੀਆਂ ਨੇ ਉਹ ਮਜ਼ਬੂਤ ਕੀਤੀਆਂ ਨੇ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਹਕੀਕਤ ਕੀ ਹੈ, ਕਿਵੇਂ ਇਹਨਾਂ ਨੇ ਕੁੱਟ ਖਾਧੀ ਹੈ ਔਰ ਕਿਵੇਂ ਜਿਹੜਾ ਇਹਨਾਂ ਨੇ ਹਜ਼ਾਰਾਂ ਕਿਲੋਮੀਟਰ ਜਿਹੜੀ ਹੈ ਉਹ ਐਕਸੀਡ ਕੀਤੀ ਹੈ ਟੈਰੀਟਰੀ। ਔਰ ਇਹਦੇ ਬਾਵਜੂਦ ਕਿ ਵੀ ਜਿਹੜਾ ਪੈਂਗੋਂਗ ਲੇਕ ਦੇ ਉੱਤੇ, ਜਿਹਨੂੰ ਪੈਂਗੋਂਗ ਸੋ ਕਹਿੰਦੇ ਨੇ, ਵੈਸੇ ਸੋ ਦਾ ਮਤਲਬ ਹੀ ਲੇਕ ਹੁੰਦਾ, ਇਸ ਲਈ ਮੈਂ ਪੈਂਗੋਂਗ ਸੋ ਲੇਕ ਨਹੀਂ ਕਹਿੰਦਾ, ਪੈਂਗੋਂਗ ਲੇਕ ਜਾਂ ਪੈਂਗੋਂਗ ਸੋ ਦੇ ਉੱਤੇ
ਕਿਵੇਂ ਜਿਹੜੀਆਂ 3-4 ਫਿੰਗਰਸ ਜਿਹੜੀਆਂ ਇੰਡੀਆ ਦੇ ਕੋਲ ਜਿੱਥੇ ਪੈਟਰੋਲ ਕਰਦੇ ਸੀ ਉਹ ਬਫਰ ਜ਼ੋਨ ਮੰਨ ਲਈਆਂ ਨੇ, ਪਿੱਛੇ ਵੀ ਹਟੇ ਨੇ। ਔਰ ਜਿਹੜੇ ਦੂਸਰੇ ਫਰੰਟ ਨੇ ਜਿਨ੍ਹਾਂ ਦੇ ਵਿੱਚ ਡੈਪਸੋਂਗ ਹੈ, ਜਿਸ ਦੇ ਵਿੱਚ ਜਿਹੜਾ ਉਹ ਗੋਗਰਾ ਹੈ, ਜਿਹਦੇ 'ਚ ਹੌਟ ਸਪਰਿੰਗਸ ਨੇ, ਔਰ ਇੱਕ ਹੋਰ ਪੋਸਟ ਡੈਮ ਚੌਕ ਦੀ ਹੈ ਜਿੱਥੇ ਕਿ ਚੀਨ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ 18 ਕਿਲੋਮੀਟਰ ਅੰਦਰ ਆਇਆ ਹੋਇਆ। ਔਰ ਇਹਨਾਂ ਨੇ ਇਹ ਸੀ ਜਦੋਂ ਇਹ ਪਹਿਲੇ ਚੋਂ ਪਿੱਛੇ ਹਟੇ ਕਿ ਜੀ ਇਹ ਸਾਡਾ ਪਹਿਲਾ ਫੇਜ਼ ਓਵਰ ਹੋ ਗਿਆ, ਹੁਣ ਚੀਨ ਜਿਹੜਾ ਉਹ ਫੌਰਨ ਗੱਲਬਾਤ ਕਰੇਗਾ ਔਰ ਉੱਥੋਂ ਵੀ ਚੀਨ ਹੁਣ ਚੀਨ ਨੇ ਆਪਣਾ ਕੰਮ ਕਰ ਲਿਆ, ਗੋਡੇ ਲਵਾ ਦਿੱਤੇ। ਨਾਲ ਦੀ ਨਾਲ ਪਾਕਿਸਤਾਨ ਦੇ ਜਿਹੜਾ ਉਹ ਮਿਲਟਰੀ ਲੈਵਲ ਤੇ ਇਹਨਾਂ ਨੇ ਕਿਹਾ ਜੀ ਸੀਜ਼ਫਾਇਰ 2003 ਦਾ ਇਹਨਾਂ ਨੂੰ ਪੁੱਤ ਬਣਾ ਲਿਆ। ਹੁਣ ਇਹਨਾਂ ਨੂੰ ਇਹ ਲੱਗ ਰਿਹਾ ਹੈ ਵੀ ਚੀਨ ਕੋਈ ਇੰਟਰਸਟ ਨਹੀਂ ਦਿਖਾ ਰਿਹਾ ਦੂਜੀ ਗੱਲਬਾਤ 'ਚ। ਔਰ ਅੱਜ ਇਹਨਾਂ ਦੇ ਜਿਹੜਾ ਫੋਰਨ ਮਿਨਿਸਟਰ ਹੈ ਜੈ ਸ਼ੰਕਰ, ਉਹ ਕਹਿ ਰਿਹਾ ਡਿਸਐਨਗੇਜਮੈਂਟ ਕੀ ਫॉर ਪ੍ਰੋਗਰੈਸ ਇਨ ਟਾਈਜ਼ ਇੰਡੀਆ ਟੈਲਸ ਚਾਈਨਾ। ਹੁਣ ਉਹ ਕਰ ਤਾਂ ਤਰਲੇ ਰਹੇ ਨੇ, ਰਾਜਨਾਥ ਸਿੰਘ ਭੜਕ ਮਾਰ ਰਿਹਾ ਆਪਣੇ ਵੱਲੋਂ ਕਿ ਜੀ ਅਸੀਂ ਬਹੁਤ ਰੈਜ਼ੋਲੂਟ ਹੋ ਗਏ ਹਾਂ, ਦੂਜਾ ਇਹ ਤਰਲੇ ਕਰ ਰਿਹਾ ਕਿ ਗਊ ਦੇ ਜਾਏ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇੰਡੀਆ ਐਕਸਪੈਕਟਸ ਚਾਈਨਾ to work with it to ensure complete disengagement at the earliest, कि भाई जल्दी करो, बहुत जल्दी करो और ये तुसी डिसएंगेज करो। और उतों और जयशंकर और वैंग जी उन्हों की फोन कॉल 25 फरवरी को हुई और उन्होंने कहा भी उस तो बाद चीन ने कोई रिस्पॉन्ड ही नहीं किया। और उन्होंने कहा कि इट वॉज इंडियाज एक्सपैक्टेशन दैट चाइनीज़ साइड विल वर्क विद अस बोथ थ्रू WMCC working mechanism for consultation and coordination of border affairs and senior commander meeting to ensure that disengagement in the remaining areas is completed at the earliest। ਇਹ ਅਨੁਰਾਗ ਸ੍ਰੀਵਾਸਤਵਾ ਉਹਨਾਂ ਦਾ ਸਪੋਕਸਪਰਸਨ ਕਹਿ ਰਿਹਾ ਫੋਰਨ ਮਿਨਿਸਟਰੀ ਦਾ। ਲੇਕਿਨ ਚਾਈਨਾ ਨੇ ਜਿਹੜਾ ਅਜੇ ਤੱਕ ਵੀ since the meeting there has been no official word so far on progress of disengagement in Gogra, Hot Spring area and Dam Chowk। There are also long persisting tensions involving the blocking of patrols in Depsang plains, which Indian officials have said predated the current crisis। और इस सारे चों हुण इंडिया तो इस तरले ते चाइना ने दा की जवाब दिता है। China has conveyed a different position on restoration of ties and called on India to put the border dispute in a proper position। उन्होंने कहा भी खबरदार जो ਉਹਦੀ ਠੀਕ ਪਰਸਪੈਕਟਿਵ ਠੀਕ ਪੋਜੀਸ਼ਨ ਹੈ ਉਹਦੇ 'ਚ ਪੁੱਟ ਕਰੋ। ਇਹ ਹੁਣ ਕੋਟ ਅਨਕੋਟ ਹੈ ਉਹਨਾਂ ਦੀ ਫੋਰਨ ਮਿਨਿਸਟਰੀ ਦਾ। ਵਾਈਲ that two countries have boundary disputes is an objective fact which should be taken seriously. It is not the whole of China-India relations and it should be put at a proper place in an overall bilateral relations, Mr. Wang told Mr. Jaishankar। उन्होंने कहा जी ठीक है border dispute अपनी ਥਾਂ ਤੇ, पर ओवरऑल चाइना इंडिया रिलेशनशिप जिहड़ी है उस नूं होल दे विच नहीं पुट कीता जा सकदा। नाल दी नाल उन्होंने कहा चाइना सैड देयर हैज़ बीन सम वेवरिंग एंड बैकपैडलिंग इन इंडियाज़ चाइनीज़ पॉलिसी बिकॉज ऑफ विच प्रैक्टिकल कोऑपरेशन बिटवीन द टू कंट्रीज़ हैज़ बीन अफेक्टेड। उन्होंने बॉल इंडिया दे कोल सुट्टिया कि भी तुसीं की कर रहे हो, जिहड़ा वेवर कर रहे हो, कदे कुछ कहंदे हो जदों तुहाडा आका मारदा ਤੁਹਾਨੂੰ ਚਾਬਕ, ਫਿਰ ਤੁਸੀਂ ਕੁਝ ਹੋਰ ਬੋਲਦੇ ਹੋ ਤੇ ਬੈਕ ਪੈਡਲਿੰਗ ਕਰ ਰਹੇ ਹੋ ਕਿ ਕੁਝ ਚੀਜ਼ਾਂ ਮੰਨਦੇ ਹੋ ਔਰ ਫਿਰ ਜਾ ਕੇ ਜਿਹੜਾ ਉਹ ਬਿਆਨਬਾਜ਼ੀਆਂ ਕਰਦੇ ਹੋ। ਹੁਣ ਇਸ ਸਾਰੇ ਨੂੰ ਇਸ ਤੋਂ ਵੱਧ ਕੇ ਇਹ ਡਿਪਲੋਮੈਟਸ ਦੀ ਜ਼ਬਾਨ ਹੈ ਔਰ ਡਿਪਲੋਮੈਟਸ ਕਦੇ ਵੀ ਹਾਰਸ਼ ਜ਼ਬਾਨ ਨਹੀਂ ਇਸਤੇਮਾਲ ਕਰਦੇ। ਪਰ ਇਹ ਆਪਣੇ ਆਪ ਦੇ ਵਿੱਚ ਚੀਨ ਨੇ ਦੱਸ ਵੀ ਦਿੱਤਾ ਕਿ ਗੋਗਰਾ ਹੋਏ, ਇਹ ਡੈਮ ਚੌਕ ਹੋਏ, ਉਹ ਡੈਪਸੋਂਗ ਹੋਏ और हॉट स्प्रिंग्स होण, उत्थों तो भुल जाओ अबाउट इट। और नाल दी नाल ईवन चीन ने अज अपना डिफेंस बजट जिहड़ा वो ऐलानिया और इस वेले उन्होंने अपना डिफेंस बजट पिछले साल नालों भी लगभग 7% वधाया। चाइना का डिफेंस बजट हुण $209 बिलियन है। हालांकि अमरीका के मुकाबले तो 1/4 है, अमरीका का जिहड़ा कुल है वो $740 बिलियन है। लेकिन तुसी इंडिया का ये देखो कि बई इहदे बावजूद कि इंडिया की 1/4 इकॉनमी एवैपोरेट हो गई, बाकी दुनिया कित्थे जूझ रही है। और चाइना ने ना सिर्फ अपनी ट्रेड वधाई है और अमरीका नाल भी इस सारे पिछले 2 साल ट्रेड डेफिसिट
ਜਿਹੜਾ ਹੈ ਅਮਰੀਕਾ ਦੇ ਨਾਲ ਵਧਿਆ ਹੈ ਕਿਉਂਕਿ ਮੋਰ ਐਕਸਪੋਰਟ ਹੋਈ ਹੈ। ਔਰ ਜੇ ਚਾਈਨਾ ਇਸ ਸਭ ਦੇ ਬਾਵਜੂਦ ਉਹਨਾਂ ਦੀ ਗਰੋਥ ਵੀ ਕਾਇਮ ਹੈ ਔਰ 209 ਬਿਲੀਅਨ ਡਾਲਰ ਉਹਨਾਂ ਨੇ ਆਪਣਾ ਡਿਫੈਂਸ ਬਜਟ ਦਿੱਤਾ ਹੈ। ਔਰ ਇਹ ਭਾਰਤ ਨੂੰ ਵੀ ਦੱਸ ਰਹੇ ਨੇ ਵੀ ਤੁਸੀਂ ਤਾਂ ਬਹੁਤ ਨਿੱਕੇ ਨਿਆਣੇ ਹੋ, ਸਾਡੀ ਟੱਕਰ ਜਿਹਦੇ ਨਾਲ ਹੈ। ਔਰ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਡਾਕੂਮੈਂਟ ਜਦੋਂ ਕਲੀਅਰਲੀ ਕਹਿੰਦਾ ਹੈ ਕਿ ਦੁਨੀਆ ਦੇ ਵਿੱਚ ਹੁਣ ਜੇ ਕਿਸੇ ਨਾਲ ਟੱਕਰ ਹੈ ਤਾਂ ਚੀਨ ਦੇ ਨਾਲ ਹੈ। ਔਰ ਚੀਨ ਇੰਟਰਨੈਸ਼ਨਲ ਨੈਰੇਟਿਵ ਆਪਣੀ ਸਟਰੈਂਥ ਦੇ ਲਿਹਾਜ਼ ਨਾਲ ਬਣਾਉਣਾ ਚਾਹੁੰਦਾ ਹੈ ਔਰ ਅਸੀਂ ਆਪਣੇ ਇੰਟਰਸਟ ਵੀ ਵਾਚ ਕਰਾਂਗੇ, ਅਸੀਂ ਅਲਾਈ ਵੀ ਬਣਾਵਾਂਗੇ ਔਰ ਅਸੀਂ ਦੇਖਾਂਗੇ ਕਿ ਕਿਵੇਂ ਅਮਰੀਕਾ ਦੀ ਜਿਹੜੀ ਸਰਦਾਰੀ ਹੈ ਉਹ ਕਾਇਮ ਰਹੇ। ਤੇ ਹੁਣ ਭਾਰਤ ਜੇ ਚੀਨ ਦੀਆਂ ਅੱਖਾਂ 'ਚ ਅੱਖਾਂ ਤਾਂ ਦੂਰ ਦੀ ਗੱਲ, ਉਹਦੇ ਵੱਲ ਮੂੰਹ ਵੀ ਚੁੱਕਣ ਦੀ ਹਿੰਮਤ ਕਰਦਾ ਤੇ ਫਿਰ ਕੋਈ ਵੀ ਤੁਰਿਆ ਜਾਂਦਾ ਬੰਦਾ ਇਹ ਕਹਿ ਸਕਦਾ ਹੈ ਵੀ ਕਿਆ ਪਿੱਦੀ ਕਾ ਸ਼ੋਰਬਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ। ਤੁਸੀਂ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। TV 84 ਦੇ ਨਾਮ ਤੇ ਤੁਸੀਂ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।